एक नई बिरादरी सामने आई और वो है आंदोलनजीवी। ये सारे आंदोलनजीवी परजीवी होते हैं। ਲੇਖਕ ਸੁਕੀਰਤ ਕਹਿੰਦੇ ਨੇ ਕਿ ਜਦੋਂ ਹਿਟਲਰ ਨੇ ਯਹੂਦੀਆਂ ਦੇ ਖਿਲਾਫ ਜਿਹਾਦ ਛੇੜਿਆ ਸੀ, ਇੱਕ ਤਰੀਕੇ ਦਾ ਜਿਹਾਦ ਹੀ ਉਸ ਨੂੰ ਕਹਿ ਸਕਦੇ ਹਾਂ, ਤਾਂ ਹਿਟਲਰ ਨੇ ਯਹੂਦੀਆਂ ਨੂੰ ਪੈਰਾਸਾਈਟਸ ਯਾਨੀ ਕਿ ਪਰਜੀਵੀ ਕਿਹਾ ਸੀ। ਪਿਛਲੇ 3 ਦਿਨਾਂ ਦੇ ਵਿੱਚ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨੀ ਅੰਦੋਲਨ ਦੇ ਉੱਤੇ ਟਿੱਪਣੀ ਕਰਦਿਆਂ ਅੰਦੋਲਨਕਾਰੀਆਂ ਨੂੰ ਅੰਦੋਲਨਜੀਵੀ ਕਿਹਾ ਹੈ, ਪਰਜੀਵੀ ਕਿਹਾ ਹੈ। ਅੰਦੋਲਨਜੀਵੀ ਦਾ ਮਤਲਬ ਕੀ ਹੁੰਦਾ ਹੈ? ਪ੍ਰਧਾਨ ਮੰਤਰੀ ਦਾ ਪੂਰਾ ਜਿਹੜਾ ਬਿਆਨ ਹੈ ਉਹ ਵੀ ਸੁਣਾਵਾਂਗੇ, ਜੋ ਉਹਨਾਂ ਨੇ ਸੰਬੋਧਨ ਕੀਤਾ। ਪਹਿਲਾਂ ਰਾਜ ਸਭਾ ਦੇ ਵਿੱਚ ਕਿਹਾ ਤੇ ਫਿਰ ਕੱਲ ਲੋਕ ਸਭਾ ਦੇ ਵਿੱਚ ਕਿਹਾ। ਅੰਦੋਲਨਜੀਵੀ ਸ਼ਬਦ ਤੋਂ ਕੀ ਭਾਵ ਹੈ? ਪ੍ਰਧਾਨ ਮੰਤਰੀ ਨੇ ਅਖੀਰ ਤੇ ਕਿਹਾ ਸੀ ਕਿ ਅੰਦੋਲਨਜੀਵੀ ਯਾਨੀ ਕਿ ਇਹ ਅੰਦੋਲਨਜੀਵੀ ਪਰਜੀਵੀ ਹੀ ਹੁੰਦੇ ਨੇ। ਐਂਡ ਵਾਲੀ ਉਹਨਾਂ ਦੀ ਇਹ ਲਾਈਨ ਹੈ। ਅੰਦੋਲਨਜੀਵੀ ਦਾ ਮਤਲਬ ਕੀ ਹੈ? ਕਿਉਂਕਿ ਹੁਣੇ ਨਵਾਂ ਸ਼ਬਦ ਹੈ ਜਿਹੜਾ ਉਹ ਬਹੁਤ ਸਾਰੇ ਲੋਕਾਂ ਨੇ ਸੁਣਿਆ, ਬੁੱਧੀਜੀਵੀ ਜਾਂ ਫਿਰ ਬਹੁਤ ਸਾਰੇ ਸ਼ਬਦ ਆਪਾਂ ਸੁਣਦੇ ਸੀਗੇ ਕਾਫੀ ਟਾਈਮ ਤੋਂ, ਪਰ ਅੰਦੋਲਨਜੀਵੀ ਸ਼ਾਇਦ ਪਹਿਲੀ ਵਾਰੀ ਸੁਣਿਆ, ਉਹ ਵੀ ਪ੍ਰਧਾਨ ਮੰਤਰੀ ਦੇ ਮੂੰਹ ਤੋਂ। ਅੰਦੋਲਨਜੀਵੀ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਕੁਝ ਲੋਕ ਨੇ ਉਹ ਸਿਰਫ ਤੇ ਸਿਰਫ ਅੰਦੋਲਨਾਂ ਦੇ ਉੱਤੇ ਹੀ ਨਿਰਭਰ ਨੇ। ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਅੰਦੋਲਨਾਂ ਦੇ ਉੱਤੇ ਹੀ ਟਿਕੀ ਹੋਈ ਹੈ। ਅੰਦੋਲਨ ਕਰਨ ਤੋਂ ਬਿਨਾਂ ਉਹ ਰਹਿ ਨਹੀਂ ਸਕਦੇ। ਜਿੱਥੇ ਕਿਤੇ ਵੀ ਥੋੜ੍ਹੇ ਲੋਕ ਇਕੱਠੇ ਹੁੰਦੇ ਨੇ ਉੱਥੇ ਉਹ ਅੰਦੋਲਨ ਭੜਕਾਉਣ ਦੇ ਲਈ ਪਹੁੰਚ ਜਾਂਦੇ ਨੇ। ਉਹਨਾਂ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਅੰਦੋਲਨ ਦਾ ਪ੍ਰੋਫੈਸ਼ਨਲਿਜ਼ਮ ਹੁੰਦਾ, ਯਾਨੀ ਕਿ ਅੰਦੋਲਨ ਦੇ ਪ੍ਰੋਫੈਸ਼ਨਲ ਹੁੰਦੇ ਨੇ ਉਹ। ਇਹ ਕਹਿਣਾ ਹੈ ਪ੍ਰਧਾਨ ਮੰਤਰੀ ਦਾ। ਤੇ ਜੇ ਪਰਜੀਵੀ ਦਾ ਮਤਲਬ ਆਪਾਂ ਦੇਖ ਲਈਏ, ਪਰਜੀਵੀ ਇੱਕ ਉਸ ਜੰਤੂ ਨੂੰ ਜਾਂ ਫਿਰ ਜਾਨਵਰ ਨੂੰ ਕਿਹਾ ਜਾਂਦਾ ਹੈ ਜਿਹੜਾ ਆਪਣੇ ਆਪ ਨੂੰ ਜਿਉਂਦੇ ਰੱਖਣ ਦੇ ਲਈ ਦੂਸਰਿਆਂ ਦੇ ਉੱਤੇ ਨਿਰਭਰ ਹੁੰਦਾ ਹੈ। ਜਿਵੇਂ ਜੋਕ ਹੁੰਦੀ ਹੈ ਜਿਹੜੀ ਉਹ ਦੂਜਿਆਂ ਦਾ ਲਹੂ ਚੂਸ ਕੇ ਦੂਸਰਿਆਂ ਦੇ ਉੱਤੇ ਡਿਪੈਂਡ ਰਹਿ ਕੇ ਹੀ ਜਿਉਂਦੀ ਰਹਿ ਸਕਦੀ ਹੈ। ਤੇ ਬਹੁਤ ਹੀ ਖਤਰਨਾਕ ਸ਼ਬਦ ਆਪਾਂ ਕਹਿ ਸਕਦੇ ਹਾਂ ਕਿ ਪਰਜੀਵੀ ਉਹ ਜੰਤੂ ਹੈ ਜਿਹੜਾ ਦੂਜਿਆਂ ਦੇ ਉੱਤੇ ਹੀ ਨਿਰਭਰ ਕਰਦਾ ਹੈ। ਆਪਣੀ ਜ਼ਿੰਦਗੀ, ਆਪਣੇ ਖਾਣੇ ਖਾਣ ਦੇ ਲਈ ਦੂਜਿਆਂ ਦੇ ਉੱਤੇ ਨਿਰਭਰ ਕਰਦਾ ਹੈ। ਜੇ ਦੂਸਰਾ ਉਹਦਾ ਖਿਆਲ ਨਾ ਰੱਖੇ ਤਾਂ ਉਹ ਮਰ ਸਕਦਾ ਹੈ। ਸੋ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ। ਕਿ ਉਹਨਾਂ ਨੇ ਰਾਜ ਸਭਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼ਬਦਾਵਲੀ ਵਰਤੀ ਸੀਗੀ ਉਹ ਅਸੀਂ ਅੱਗੇ ਤੁਹਾਨੂੰ ਉਹਨਾਂ ਦੀ ਬਾਈਟ ਵੀ ਸੁਣਾਉਂਦੇ ਹਾਂ। ਪਰ ਉਹਨਾਂ ਨੇ ਕਿਹਾ ਸੀ ਕਿਸਾਨ ਅੰਦੋਲਨ ਦੇ ਲੀਡਰਾਂ ਲਈ ਖਾਸ ਕਰਕੇ ਸ਼ਬਦ ਵਰਤਿਆ ਸੀ ਅੰਦੋਲਨਜੀਵੀ। ਬਹੁਤ ਆਲੋਚਨਾ ਹੋਈ ਸੀ ਜਦੋਂ ਰਾਜ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਨੇ ਇਹ ਸ਼ਬਦ ਵਰਤਿਆ, ਪਰ ਫਿਰ ਕੋਈ ਅਸਰ ਨਹੀਂ ਹੋਇਆ ਸੱਤਾਧਾਰੀ ਪਾਰਟੀ ਦੇ ਉੱਤੇ ਆਲੋਚਨਾ ਦਾ। ਕੱਲ ਫਿਰ ਲੋਕ ਸਭਾ ਦੇ ਵਿੱਚ ਵੀ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਅੰਦੋਲਨ ਦੇ ਬਾਰੇ ਅੰਦੋਲਨਜੀਵੀ ਸ਼ਬਦ ਵਰਤਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਅੰਦੋਲਨਕਾਰੀਆਂ ਅਤੇ ਅੰਦੋਲਨਜੀਵੀਆਂ ਦੇ ਵਿੱਚ ਫਰਕ ਕਰਨਾ ਪਏਗਾ। ਮੋਦੀ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਨੂੰ ਪਵਿੱਤਰ ਮੰਨਦੇ ਸਨ, ਪਰ ਇਹ ਅੰਦੋਲਨਜੀਵੀ ਹਨ, ਭਾਵ ਕਿ ਕਿਸਾਨ ਲੀਡਰ ਨੇ ਜਿਹੜੇ ਉਹ ਇਸ ਅੰਦੋਲਨ ਨੂੰ ਅਪਵਿੱਤਰ ਬਣਾ ਰਹੇ ਨੇ। ਪਵਿੱਤਰ ਅੰਦੋਲਨ ਨੂੰ ਅਪਵਿੱਤਰ ਬਣਾਉਣ ਦੀ ਮਿਸਾਲ ਪ੍ਰਧਾਨ ਮੰਤਰੀ ਨੇ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਉਸ ਮੰਗ ਦੇ ਵਿੱਚੋਂ ਲੱਭੀ ਜਿਹਦੇ ਵਿੱਚ ਸਮਾਜਿਕ ਅਤੇ ਜਮਹੂਰੀ ਹੱਕਾਂ ਦੀ ਲੜਾਈ ਲੜਦੇ ਜਿਹੜੇ ਕਾਰਕੁਨ ਨੇ ਜਿਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਉਹਨਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਉਹਨਾਂ ਸਮਾਜਿਕ ਕਾਰਕੁਨਾਂ ਨੂੰ ਅੱਤਵਾਦੀ, ਨਕਸਲਾਈਟ ਤੇ ਕਈ ਹੋਰ ਲਕਬਾਂ ਦੇ ਨਾਲ ਨਵਾਜਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਦੇਖ ਰਿਹਾ ਅੰਦੋਲਨ ਦਾ ਇੱਕ ਨਵਾਂ ਤਰੀਕਾ। ਕੀ ਤਰੀਕਾ ਹੈ? ਅੰਦੋਲਨਕਾਰੀ ਜੋ ਹੁੰਦੇ ਨੇ ਉਹ ਅਜਿਹੇ ਤਰੀਕੇ ਨਹੀਂ ਅਪਣਾਉਂਦੇ, ਅੰਦੋਲਨਜੀਵੀ ਅਜਿਹੇ ਤਰੀਕੇ ਅਪਣਾਉਂਦੇ ਨੇ। ਜਿੱਥੇ ਵੀ ਕਿਤੇ ਅੰਦੋਲਨ ਚੱਲ ਰਿਹਾ ਹੁੰਦਾ ਹੈ ਉਹਦੇ ਵਿੱਚ ਜਾ ਕੇ ਉਹ ਅੱਗ ਲਾ ਦਿੰਦੇ ਨੇ। ਤੇ ਸਾਰੇ ਅੰਦੋਲਨਜੀਵੀ ਪਰਜੀਵੀ ਹੁੰਦੇ ਨੇ। ਖਾਸ ਕਰਕੇ ਪੰਜਾਬ ਤੇ ਖਾਸ ਕਰਕੇ ਸਿੱਖ ਭਰਾਵਾਂ ਦੇ ਦਿਮਾਗ ਦੇ ਵਿੱਚ ਇਹ ਗਲਤ ਚੀਜ਼ਾਂ ਭਰ ਰਹੇ ਨੇ। ਇਹ ਪ੍ਰਧਾਨ ਮੰਤਰੀ ਦੀ ਇਨ ਬਿਨ ਆਪਣੀ ਸ਼ਬਦਾਵਲੀ ਹੈ। ਤੇ ਹੁਣ ਪਹਿਲਾਂ ਰਾਜ ਸਭਾ ਤੇ ਫਿਰ ਲੋਕ ਸਭਾ ਦੇ ਵਿੱਚ ਜੋ ਪ੍ਰਧਾਨ ਮੰਤਰੀ ਨੇ ਬੋਲਿਆ ਉਹ ਤੁਸੀਂ ਸੁਣੋ। और हम ये न भूलें कि कुछ लोग हमारे खास करके पंजाब के, खास करके सिख भाइयों के दिमाग में गलत चीजें भरने में लगे हैं। हम लोग कुछ शब्दों से बड़े परिचित हैं, श्रमजीवी, बुद्धिजीवी, ये सारे शब्दों से परिचित हैं। लेकिन मैं देख रहा हूं कि पिछले कुछ समय से इस देश में एक नई जमात पैदा हुई है, एक नई बिरादरी सामने आई और वो है आंदोलनजीवी। वो आंदोलन के बिना जी नहीं सकते हैं और आंदोलन से जीने के लिए रास्ते खोजते रहते हैं। हमें ऐसे लोगों को पहचानना होगा कि वो जो सब जगह पे पहुंच करके और बड़ा आइडियोलॉजिकल स्टैंड दे देते हैं, गुमराह कर देते हैं, नए नए तरीके बता देते हैं। देश आंदोलनजीवी लोगों से बचे, इसके लिए हम सबको, और ये उनकी ताकत है। उनका क्या है? खुद खड़ा नहीं कर सकते चीज़ें,
किसी की चल रही तो जाके बैठ जाते हैं, वो अपना जो जितने दिन चले चल जाता है उनका। ऐसे लोगों को पहचानने की बहुत आवश्यकता है। ये सारे आंदोलनजीवी परजीवी होते हैं। और यहां पर सब लोगों को मेरी बात से आनंद इसलिए होगा कि आप जहां जहां सरकारें चलाते होंगे, आपको भी ऐसे परजीवी आंदोलनजीवियों का अनुभव होता हो। और मैं देख रहा हूं आंदोलन का एक नया तरीका है। क्या तरीका है? आंदोलनकारी जो होते हैं वो ऐसे तरीके नहीं अपनाते, आंदोलनजीवी होते हैं वो ऐसे तरीके अपनाते हैं। और वो कहते हैं ऐसा हुआ तो ऐसा होगा, ऐसा होगा तो ऐसा होगा, ऐसा होगा तो ऐसा होगा। अरे भाई, जो कुछ हुआ ही नहीं, जो होना नहीं है, उसका भय पैदा कर करके, और पिछले कई सालों से लगातार सुप्रीम कोर्ट का एक जजमेंट आ जाए, कोई निर्णय नहीं हुआ है, और एकदम से तूफान खड़ा कर दिया जाए, आग लगा दी जाए देश में। ये जो तौर तरीके हैं, उन तौर तरीके जो भी लोकतंत्र में विश्वास करते हैं, जो भी अहिंसा में विश्वास करते हैं, उन सब के लिए चिंता का विषय होना चाहिए। ये सरकार की चिंता का नहीं, देश की चिंता का विषय होना चाहिए। ਪ੍ਰਧਾਨ ਮੰਤਰੀ ਦੇ ਇਸ ਬਿਆਨ ਤੋਂ ਬਾਅਦ, ਕਿਉਂਕਿ ਮਹੀਨਿਆਂ ਬਾਅਦ ਪ੍ਰਧਾਨ ਮੰਤਰੀ ਕਿਸਾਨੀ ਸੰਘਰਸ਼ ਦੇ ਬਾਰੇ ਇਸ ਤਰੀਕੇ ਦੇ ਨਾਲ ਆਫੀਸ਼ੀਅਲੀ ਕੁਝ ਬੋਲੇ ਨੇ, ਕਿਸਾਨਾਂ ਦਾ ਨਾਮ ਲੈ ਕੇ ਕੁਝ ਬੋਲੇ ਨੇ, ਤੇ ਬੋਲੇ ਵੀ ਅਜਿਹਾ ਜਿਸ ਨੂੰ ਬੁੱਧੀਜੀਵੀਆਂ ਦੇ ਵੱਲੋਂ ਸ਼ਰਾਰਤੀ ਅਤੇ ਘਟੀਆ ਸ਼ਬਦ ਦੱਸਿਆ ਗਿਆ ਹੈ। ਬੁੱਧੀਜੀਵੀਆਂ ਨੇ ਕੀ ਕਿਹਾ ਇਹ ਵੀ ਤੁਹਾਨੂੰ ਅੱਗੇ ਦੱਸਦੇ ਹਾਂ। ਸਭ ਤੋਂ ਪਹਿਲਾਂ ਕਿਸਾਨਾਂ ਦਾ ਰਿਐਕਸ਼ਨ ਹੈ ਜਿਹੜਾ ਉਹ ਜ਼ਰੂਰ ਦੱਸਣਾ ਚਾਹਾਂਗੇ ਕਿ ਕਿਸਾਨ ਲੀਡਰਾਂ ਨੇ ਤੇ ਪ੍ਰਤੀਕਰਮ ਕੀ ਦਿੱਤਾ। ਕਿਸਾਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨਾਂ ਦਾ ਅਪਮਾਨ ਕੀਤਾ, ਕਿਸਾਨਾਂ ਦੀ ਇਨਸਲਟ ਕੀਤੀ ਹੈ ਪ੍ਰਧਾਨ ਮੰਤਰੀ ਨੇ ਅੰਦੋਲਨਜੀਵੀ ਕਹਿ ਕੇ। ਕਿਸਾਨ ਲੀਡਰਾਂ ਨੇ ਕਿਹਾ, ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਕਿਸਾਨ ਲੀਡਰ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਉਹ ਅੰਦੋਲਨਜੀਵੀ ਹੀ ਸਨ ਜਿਨ੍ਹਾਂ ਨੇ ਭਾਰਤ ਨੂੰ ਬਸਤੀਵਾਦੀ ਸ਼ਾਸਕਾਂ ਤੋਂ ਆਜ਼ਾਦ ਕਰਵਾਇਆ ਸੀ। ਇਸ ਕਰਕੇ ਸਾਨੂੰ ਅੰਦੋਲਨਜੀਵੀ ਹੋਣ ਤੇ ਮਾਣ ਵੀ ਹੈ। ਬੀਜੇਪੀ ਤੇ ਇਸ ਦੇ ਪੁਰਖਿਆਂ ਨੇ ਅੰਗਰੇਜ਼ਾਂ ਵਿਰੁੱਧ ਕਦੇ ਕੋਈ ਲੜਾਈ ਨਹੀਂ ਲੜੀ। ਦੇਸ਼ ਦੀ ਆਜ਼ਾਦੀ ਲਈ ਬੀਜੇਪੀ ਨੇ ਜਾਂ ਆਰਐਸਐਸ ਨੇ ਕੋਈ ਲੜਾਈ ਨਹੀਂ ਲੜੀ। ਉਹ ਹਮੇਸ਼ਾ ਲੋਕ ਲਹਿਰਾਂ ਦੇ ਵਿਰੁੱਧ ਹੀ ਰਹੇ ਨੇ। ਇਸ ਲਈ ਹੁਣ ਵੀ ਬੀਜੇਪੀ ਵਾਲੇ ਤੇ ਪ੍ਰਧਾਨ ਮੰਤਰੀ ਲੋਕ ਲਹਿਰਾਂ ਤੋਂ ਡਰ ਰਹੇ ਨੇ। ਇਹ ਕਿਸਾਨ ਲੀਡਰਾਂ ਦਾ ਬਿਆਨ ਹੈ। ਜੇ ਸਿਆਸੀ ਲੋਕਾਂ ਦੀ ਗੱਲ ਕਰ ਲਈਏ, ਲੋਕ ਸਭਾ ਦੇ ਵਿੱਚ ਵੀ ਰਾਜ ਸਭਾ ਦੇ ਵਿੱਚ ਵੀ ਪ੍ਰਧਾਨ ਮੰਤਰੀ ਨੇ ਜਦੋਂ ਇਹ ਸ਼ਬਦ ਬੋਲੇ ਕਾਫੀ ਘਮਸਾਣ ਮਚਿਆ। ਵਿਰੋਧੀ ਪਾਰਟੀਆਂ ਨੇ ਕੱਲ ਲੋਕ ਸਭਾ ਦੇ ਵਿੱਚੋਂ ਤਾਂ ਵਾਕਆਊਟ ਹੀ ਕਰ ਦਿੱਤਾ ਸੀ। ਕਾਂਗਰਸ ਨੇ ਸਦਨ ਦੇ ਵਿੱਚੋਂ ਵਾਕਆਊਟ ਕੀਤਾ। ਪ੍ਰਧਾਨ ਮੰਤਰੀ ਨੇ ਇਹ ਸ਼ਬਦ ਜਦੋਂ ਰਾਜ ਸਭਾ ਦੇ ਵਿੱਚ ਬੋਲਿਆ ਤਾਂ ਦੂਸਰੇ ਦਿਨ ਪੰਜਾਬ ਤੋਂ ਜਿਹੜੀ ਸੰਸਦ ਹੈ ਹਰਸਿਮਰਤ ਕੌਰ ਬਾਦਲ ਅਤੇ ਪ੍ਰਧਾਨ ਮੰਤਰੀ ਦੀ ਪਾਰਟੀ ਦੇ ਵਿੱਚ ਹੀ ਪਹਿਲਾਂ ਸ਼ਾਮਲ ਸੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬੜੇ ਹੀ ਤਿੱਖੇ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਪ੍ਰਧਾਨ ਮੰਤਰੀ ਦੀ ਇਸ ਬੋਲੀ ਦੀ। ਬਹੁਤ ਹੀ ਤਿੱਖੇ ਸ਼ਬਦਾਂ ਦੇ ਨਾਲ ਹਰਸਿਮਰਤ ਕੌਰ ਬਾਦਲ ਨੇ ਜਵਾਬ ਦਿੱਤਾ ਅਤੇ ਦੱਸਿਆ ਕਿ ਪੰਜਾਬ ਦਾ ਕੀ ਵਿਰਸਾ ਹੈ, ਕੀ ਗੌਰਵ ਹੈ। ਪਰ ਹਰਸਿਮਰਤ ਕੌਰ ਬਾਦਲ ਦੇ ਇਸ ਸੰਬੋਧਨ ਤੋਂ ਬਾਅਦ ਜਿੱਥੇ ਕਾਫੀ ਤਾਰੀਫ ਵੀ ਹੋ ਰਹੀ ਹੈ ਤਾਂ ਸਵਾਲ ਵੀ ਉੱਠ ਰਹੇ ਨੇ ਕਿ ਜਿਹੜੇ ਲੋਕਾਂ ਦੇ ਵੱਲੋਂ ਚੁਣੇ ਹੋਏ ਨੁਮਾਇੰਦੇ ਨੇ ਉਹ ਆਖਿਰਕਾਰ ਕਿਉਂ ਨਹੀਂ ਹਮੇਸ਼ਾ ਲੋਕਾਂ ਦੀ ਆਵਾਜ਼ ਚੁੱਕਦੇ। ਜੇ ਪਹਿਲੇ ਦਿਨ ਤੋਂ ਹੀ ਲੋਕਾਂ ਦੇ ਹੱਕ ਦੀ ਗੱਲ ਕਰਦੇ ਹੁੰਦੇ, ਪੰਜਾਬ ਦੇ ਵਜੂਦ ਦੀ ਗੱਲ ਕਰਦੇ ਹੁੰਦੇ ਤਾਂ ਅੱਜ ਪੰਜਾਬ ਦਾ ਇਹ ਹਾਲ ਸ਼ਾਇਦ ਨਾ ਹੁੰਦਾ। ਹਰਸਿਮਰਤ ਬਾਦਲ ਨੇ ਕੀ ਕਿਹਾ ਇਹ ਵੀ ਸੁਣਦੇ ਹਾਂ। प्रधानमंत्री जी ने बोला कि ये आंदोलनजीवी, लेकिन सर उसके बाद एक और शब्द बोला था जो मेरे को मतलब नहीं पता था, मैंने खोल के देखा। वो कहते हैं परिजीवी। परिजीवी मतलब पैरासाइट। किसको पैरासाइट बोल रहे हैं? उस अन्नदाता को पैरासाइट बोल रहे हैं आप जो अन्न पैदा करके पेट भरता है, या उन बीजों को बोल रहे हैं, या 24 सेकेंड को पैरासाइट बोल रहे हो? ये हमारे हनुमान बेनीवाल जी, हनुमान बेनीवाल जी। BBC ਪੰਜਾਬੀ ਨੇ ਇਹ ਜਿਹੜੇ ਦੋ ਸ਼ਬਦ ਨੇ ਅੰਦੋਲਨਜੀਵੀ ਅਤੇ ਪਰਜੀਵੀ, ਇਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਵਿਦਵਾਨ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਬੁੱਧੀਜੀਵੀਆਂ ਦੇ ਨਾਲ, ਲੇਖਕਾਂ ਦੇ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਇਹ ਦੋਵੇਂ ਸ਼ਬਦਾਂ ਨੂੰ ਬਹੁਤ ਹੀ ਘਟੀਆ ਸੋਚ करार दिता। कहा कि लफ्ज़ शरारती भी है ते घटिया भी है, माफ़ी मंगनी चाहिए है प्रधानमंत्री नूं। कहंदे ये जमहूरी हक्कां ते एक मजाक है क्योंकि विरोध करना, प्रोटेस्ट करना लोकां दा हक है।
ਕਹਿੰਦੇ ਜਾਂ ਤਾਂ ਬੁਖਲਾਹਟ ਵਿੱਚ ਹੈ ਕੇਂਦਰ ਸਰਕਾਰ ਜਾਂ ਫਿਰ ਪ੍ਰਧਾਨ ਮੰਤਰੀ ਡਰੇ ਹੋਏ ਨੇ ਜਿਹੜੇ ਇਹੋ ਜਿਹੇ ਬਿਆਨ ਦੇ ਰਹੇ ਨੇ। ਪ੍ਰਧਾਨ ਮੰਤਰੀ ਦੀ ਪਦਵੀ ਨੂੰ ਵੀ ਉਹਨਾਂ ਨੇ ਨੀਵਾਂ ਕਰ ਦਿੱਤਾ ਹੈ ਇਹ ਸ਼ਬਦ ਵਰਤ ਕੇ। ਇੱਕ ਬੁੱਧੀਜੀਵੀ ਲੇਖਕ ਨੇ ਤਾਂ ਇਹ ਵੀ ਕਿਹਾ ਕਿ ਠੀਕ ਹੈ ਜੇ ਸਾਨੂੰ ਅੰਦੋਲਨਜੀਵੀ ਮੰਨਦੇ ਹੋ ਤਾਂ ਅਸੀਂ ਅੰਦੋਲਨਜੀਵੀ ਹਾਂ ਪਰ ਅਸੀਂ ਦੰਗਾਜੀਵੀ ਨਹੀਂ ਹਾਂ। ਇਹ ਉਹਨਾਂ ਨੇ ਕਮੈਂਟ ਕੀਤਾ। ਸੁਰਜੀਤ ਪਾਤਰ ਨੇ ਕੀ ਕਿਹਾ, ਕਹਿੰਦੇ ਜੇ ਸਾਨੂੰ ਆਪਣੇ ਦੁੱਖਾਂ ਤੇ ਹੱਸਣਾ ਤੇ ਦੁਨੀਆ ਦੇ ਦੁੱਖਾਂ ਤੇ ਰੋਣਾ ਆ ਜਾਵੇ ਤਾਂ ਦੁਨੀਆ ਸਵਰਗ ਬਣ ਜਾਵੇ। ਪਾਤਰ ਨੇ ਕਿਹਾ ਕਿ ਦੋਵੇਂ ਸ਼ਬਦ ਪਰਾਈ ਪੀੜ ਪਛਾਣਨ ਵਾਲੇ ਲੋਕਾਂ ਦੇ ਖਿਲਾਫ ਵਰਤੇ ਗਏ ਨੇ। ਦਇਆ ਦੀ ਭਾਵਨਾ ਨੂੰ ਨਮੋਸ਼ੀ ਦੇਣ ਵਾਲੇ ਇਹ ਸ਼ਬਦ ਨੇ ਜਿਹੜੇ ਪ੍ਰਧਾਨ ਮੰਤਰੀ ਨੇ ਵਰਤੇ ਨੇ। ਉਹ ਕਹਿੰਦੇ ਜੇ ਦੇਸ਼ ਵਿੱਚ ਅੰਦੋਲਨ ਨਾ ਹੁੰਦੇ ਤਾਂ ਅਸੀਂ ਕਦੇ ਵੀ ਆਜ਼ਾਦ ਹੀ ਨਾ ਹੁੰਦੇ। ਸਭ ਤੋਂ ਅਹਿਮ ਤੱਥ ਜਿਹੜਾ ਦੱਸਿਆ ਲੇਖਕ ਸੁਕੀਰਤ ਨੇ ਕਿ ਹਿਟਲਰ ਨੇ ਵੀ ਯਹੂਦੀਆਂ ਦੇ ਖਿਲਾਫ ਜਦੋਂ ਜਿਹਾਦ ਛੇੜਿਆ ਸੀ ਤਾਂ ਯਹੂਦੀਆਂ ਨੂੰ ਪੈਰਾਸਾਈਟਸ ਕਿਹਾ ਸੀ, ਯਾਨੀ ਕਿ ਪਰਜੀਵੀ ਕਿਹਾ ਸੀ ਤੇ ਬਹੁਤ ਹੀ ਬੇਇੱਜ਼ਤੀ ਵਾਲਾ ਇਹ ਸ਼ਬਦ ਹੈ ਤੇ ਇੱਕ ਪ੍ਰਧਾਨ ਮੰਤਰੀ ਦੇ ਵੱਲੋਂ ਅਜਿਹੇ ਸ਼ਬਦ ਦੀ ਵਰਤੋਂ ਕਰਨਾ ਸ਼ਲਾਘਾਯੋਗ ਨਹੀਂ ਹੈ। ਕਿਸਾਨਾਂ ਤੋਂ ਬਾਅਦ, ਬੁੱਧੀਜੀਵੀਆਂ ਤੋਂ ਬਾਅਦ, ਲੇਖਕਾਂ ਤੋਂ ਬਾਅਦ, ਸਿਆਸੀ ਲੀਡਰਾਂ ਤੋਂ ਬਾਅਦ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਸੋਸ਼ਲ ਮੀਡੀਆ ਦੀ। ਸੋਸ਼ਲ ਮੀਡੀਆ ਤੇ ਇਹਨਾਂ ਦੋਵੇਂ ਸ਼ਬਦਾਂ ਨੂੰ ਲੈ ਕੇ ਕੀ ਰਿਐਕਸ਼ਨ ਹੈ। ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਇੱਕ ਪੋਸਟਰ ਸਾਂਝਾ ਕੀਤਾ ਹੈ ਜਿਹਦੇ ਤੇ ਲਿਖਿਆ ਕੈਮਰਾ ਜੀਵੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਰਟੂਨ ਬਣਾਇਆ ਹੋਇਆ ਹੈ, ਉਹਨਾਂ ਦੀ ਜਿਸ ਤਰ੍ਹਾਂ ਦੀ ਜੀਵਨ ਸ਼ੈਲੀ ਹੈ ਉਸ ਨੂੰ ਦਰਸਾਇਆ ਗਿਆ, ਲਿਖਿਆ ਕੈਮਰਾ ਜੀਵੀ। ਕੈਪਸ਼ਨ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਅੰਬਾਨੀ ਜੀਵੀ, ਅਡਾਨੀ ਜੀਵੀ। ਬਹੁਤ ਸਾਰੇ ਲੋਕ ਲਿਖ ਰਹੇ ਨੇ ਦੰਗਾ ਜੀਵੀ, ਘਮੰਡ ਜੀਵੀ। ਸੋ ਇਸ ਤਰ੍ਹਾਂ ਦੇ ਨਵੇਂ ਸ਼ਬਦ ਨੇ ਜਿਹੜੇ ਉਹਨਾਂ ਦੀ ਜਿਹੜੀ ਹੁਣ ਉਪਜ ਹੈ ਉਹ ਹੋ ਗਈ ਹੈ ਸੋਸ਼ਲ ਮੀਡੀਆ ਦੇ ਜ਼ਰੀਏ। ਲੋਕ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਪੋਸਟਾਂ ਨੇ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਨੇ। ਕੁਝ ਲੋਕਾਂ ਨੇ ਤਾਂ ਆਪਣੇ ਨਾਮ ਦੇ ਨਾਲ ਟਵਿੱਟਰ ਦੇ ਉੱਤੇ ਆਪਣੇ ਨਾਮ ਦੇ ਨਾਲ ਅੰਦੋਲਨ ਜੀਵੀ ਹੀ ਕਰ ਦਿੱਤਾ ਹੈ। ਡਾਕਟਰ ਮੀਨਾ ਕੰਡਾਸਾਮੀ ਇੱਕ ਫੀਮੇਲ ਡਾਕਟਰ ਹੈ, ਇਹਨਾਂ ਨੇ ਵੀ ਆਪਦੇ ਨਾਮ ਦੇ ਮੂਹਰੇ ਟਵਿੱਟਰ ਦੇ ਉੱਤੇ ਆਪਦੇ ਨਾਮ ਦੇ ਮੂਹਰੇ ਅੰਦੋਲਨ ਜੀਵੀ ਲਾ ਦਿੱਤਾ ਹੈ। ਇਸ ਦੇ ਨਾਲ ਹੀ ਇੱਕ ਸ਼ੈਫਾਲੀ ਵੈਦਿਆ ਨਾਮ ਦੀ ਯੂਜ਼ਰ ਹੈ ਟਵਿੱਟਰ ਦੇ ਉੱਤੇ, ਉਹਨਾਂ ਨੇ ਕਿਹਾ ਕਿ ਇੱਕ ਪ੍ਰਧਾਨ ਮੰਤਰੀ ਨੇ ਇੱਕ ਜਿਹੜਾ ਨਵਾਂ ਵੀਡੀਓ ਜਾਰੀ ਕੀਤਾ, ਨਵਾਂ ਬਿਆਨ ਦਿੱਤਾ ਕਿ ਇੱਕ ਨਵੀਂ ਜਮਾਤ ਅੰਦੋਲਨ ਜੀਵੀ ਹੈ, ਦੇਸ਼ ਨੂੰ ਇਹਨਾਂ ਨੂੰ ਪਛਾਣਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਤੇ ਤੰਜ ਕੱਸਿਆ ਹੈ। ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਨੂੰ ਪੁਰਾਣੇ ਟਵੀਟ ਨੇ ਜਿਹੜੇ ਉਹ ਯਾਦ ਦਿਵਾ ਦਿੱਤੇ ਨੇ। ਜਦੋਂ ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੇ ਬਾਰੇ ਲਿਖਿਆ ਸੀ, ਮਹਾਤਮਾ ਗਾਂਧੀ ਦੇ ਬਾਰੇ ਟਵੀਟ ਕੀਤਾ ਸੀ ਕਿ ਉਹਨਾਂ ਨੇ ਜਿਹੜਾ ਅੰਦੋਲਨ ਛੇੜਿਆ ਸੀ ਉਹ ਆਜ਼ਾਦੀ ਦੇ ਵਿੱਚ ਇੱਕ ਵੱਡਾ ਉਹਨਾਂ ਦਾ ਯੋਗਦਾਨ ਸੀ। ਉਹਨਾਂ ਨੇ ਕਿਹਾ ਕਿ ਬਲਾਸਟ ਫਰੋਮ ਦਾ ਪਾਸਟ, ਆਮ ਆਦਮੀ ਪਾਰਟੀ ਨੇ ਲਿਖਿਆ ਬਲਾਸਟ ਫਰੋਮ ਦਾ ਪਾਸਟ #ਅੰਦੋਲਨ, ਯਾਨੀ ਕਿ ਕਹਿਣਾ ਚਾਹੁੰਦੇ ਨੇ ਕਿ ਅੰਦੋਲਨ ਤੋਂ ਬਿਨਾਂ ਦੇਸ਼ ਆਜ਼ਾਦ ਹੀ ਨਹੀਂ ਹੋ ਸਕਦਾ। ਅੰਦੋਲਨ ਤੋਂ ਬਿਨਾਂ ਕਿਸੇ ਵੀ ਮੁਲਕ ਦੇ ਵਿੱਚ ਕੋਈ ਕ੍ਰਾਂਤੀ ਹੈ ਜਿਹੜੀ ਉਹ ਨਹੀਂ ਆ ਸਕਦੀ। ਕਈ ਲੋਕ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਨੂੰ ਵੀ ਸਾਂਝਾ ਕਰਕੇ ਲਿਖ ਰਹੇ ਨੇ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਅੰਦੋਲਨ ਕਰਨਾ ਸਿਖਾਇਆ, ਉਹਨਾਂ ਨੇ ਅਨਿਆਏ ਦੇ ਖਿਲਾਫ ਕਈ ਸੰਘਰਸ਼ ਕੀਤੇ, ਕਿ ਉਹ ਵੀ ਅੰਦੋਲਨ ਜੀਵੀ ਸਨ। ਸੋ ਪ੍ਰਧਾਨ ਮੰਤਰੀ ਦੇ ਵੱਲੋਂ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਿਸਾਨਾਂ ਲਈ ਅੰਦੋਲਨ ਜੀਵੀ ਤੇ ਪਰਜੀਵੀ ਸ਼ਬਦ ਵਰਤੇ ਗਏ ਨੇ, ਉਸ ਦਰਮਿਆਨ ਦੁੱਖ ਦੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਅੰਦੋਲਨ ਜੀਵੀ ਪਰਜੀਵੀ ਕਹਿਣ ਤੋਂ ਬਿਨਾਂ ਫਿਕਰ ਵੀ ਜ਼ਾਹਿਰ ਕੀਤਾ ਜਿਹੜੇ ਪੰਜਾਬ ਦੇ ਵਿੱਚ ਮੋਬਾਈਲ ਟਾਵਰ ਬੰਦ ਕੀਤੇ ਗਏ ਨੇ, ਅੰਬਾਨੀਆਂ ਦੇ, ਖਾਸ ਕਰਕੇ ਅੰਬਾਨੀਆਂ ਦੇ ਹੀ ਬੰਦ ਕੀਤੇ ਗਏ ਨੇ, ਉਹਨਾਂ ਨੂੰ ਲੈ ਕੇ ਫਿਕਰ ਵੀ ਸਾਂਝਾ ਕੀਤਾ ਹੈ। ਟੋਲ ਪਲਾਜ਼ੇ ਬੰਦ ਹੋਣ ਨੂੰ ਲੈ ਕੇ ਵੀ ਚਿੰਤਤ ਦਿਖੇ ਨੇ, ਪਰ 200 ਤੋਂ ਵੱਧ ਕਿਸਾਨ ਮਰ ਚੁੱਕੇ ਨੇ ਇਸ ਸੰਘਰਸ਼ ਦੇ ਵਿੱਚ। ਉਹਦੇ ਲਈ ਪ੍ਰਧਾਨ ਮੰਤਰੀ ਦੇ ਮੂੰਹ ਚੋਂ ਇੱਕ ਸ਼ਬਦ ਨਹੀਂ ਨਿਕਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਜਾਂ ਫਿਰ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਕਿੰਨਾ ਕੁ ਸੰਵੇਦਨਸ਼ੀਲ ਰਵੱਈਆ ਅਪਣਾ ਰਹੀ ਹੈ। ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਦਨ ਦੇ ਵਿੱਚ ਰਾਸ਼ਟਰਪਤੀ ਨੇ ਜਿਹੜਾ ਭਾਸ਼ਣ ਦਿੱਤਾ ਸੀ ਉਸ ਤੇ ਧੰਨਵਾਦ ਮਤੇ ਦੀ ਜਿਹੜੀ ਬਹਿਸ ਹੋਈ ਸੀ, ਉਸ ਦਰਮਿਆਨ ਆਪਣੀਆਂ ਜਿਹੜੀਆਂ ਤਕਰੀਰਾਂ ਦਿੱਤੀਆਂ ਨੇ ਉਹਨਾਂ ਦੇ ਵਿੱਚ ਕੋਵਿਡ-19 ਦਾ ਵੀ ਜ਼ਿਕਰ ਕੀਤਾ, ਆਤਮ ਨਿਰਭਰ ਭਾਰਤ ਦਾ ਵੀ ਜ਼ਿਕਰ ਕੀਤਾ, ਪਰ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਸਾਫ਼ ਤੇ ਸਪਸ਼ਟ ਰਵੱਈਆ ਆਪਣਾ ਦੱਸ ਦਿੱਤਾ ਕਿ ਇਹ ਜਿਹੜੇ ਖੇਤੀ ਕਾਨੂੰਨ ਨੇ ਇਹ ਛੋਟੇ ਕਿਸਾਨਾਂ ਦੇ ਲਈ ਬਹੁਤ ਹੀ ਲਾਹੇਵੰਦ ਨੇ, ਜਦ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਕਹਿ ਰਹੇ ਨੇ ਕਿ ਛੋਟੇ ਕਿਸਾਨਾਂ ਨੂੰ ਇਹ ਬਿਲਕੁਲ ਹੀ ਮਾਰ ਦੇਣਗੇ, ਉਹਨਾਂ ਦਾ ਵਜੂਦ ਹੀ ਖਤਮ ਕਰ ਦੇਣਗੇ। ਪਰ ਸਰਕਾਰ ਵਾਰ-ਵਾਰ ਕਹਿ ਰਹੀ ਹੈ ਕਿ ਇਹ ਲਿਆਉਣੇ ਬਹੁਤ ਜ਼ਰੂਰੀ ਨੇ, ਸੁਧਾਰ ਕਰਨੇ ਬਹੁਤ ਜ਼ਰੂਰੀ ਨੇ ਤੇ ਸਾਫ਼-ਸਾਫ਼ ਕਹਿ ਦਿੱਤਾ ਮੋਦੀ ਜੀ ਨੇ ਕਿ ਇਹਨਾਂ ਨੂੰ ਮੰਨਣਾ ਹੀ ਪਏਗਾ, ਇਹਨਾਂ ਨੂੰ ਸਵੀਕਾਰ ਕਰਨਾ ਹੀ ਪਏਗਾ। ਸੋ ਪ੍ਰਧਾਨ ਮੰਤਰੀ ਨੇ ਆਪਣੇ ਇਸ ਭਾਸ਼ਣ ਦੇ ਵਿੱਚ ਕਿਹਾ ਸੀ ਕਿ ਮੈਂ ਦੇਖ ਰਿਹਾ ਅੰਦੋਲਨ ਦਾ ਇੱਕ ਨਵਾਂ ਤਰੀਕਾ ਹੈ ਤੇ ਦੁਨੀਆ ਵੀ ਕਹਿ ਰਹੀ ਹੈ ਕਿ ਦੁਨੀਆ ਚੁੱਪ ਜ਼ਰੂਰ ਹੈ ਪਰ ਦੁਨੀਆ ਦੇਖ ਰਹੀ ਹੈ। ਧੰਨਵਾਦ।